ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਗੌੜੀ ਪੂਰਬੀ ਮਹਲਾ ਚੌਥਾ। ਕਰੋ ਕਿਰਪਾ ਜਗ ਜੀਵਨ ਦਾਤੇ। ਮੇਰਾ ਮਨ ਹਰ ਸੇਤੀ ਰਾਚੇ। ਸਤਿਗੁਰ ਬਚਨ ਦਿਓ ਅਤ ਨਿਰਮਲੋ। ਜਪ ਹਰ 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 ਮਨ ਵਾਚੇ। ਕਰੋ ਕਿਰਪਾ ਜਗ ਜੀਵਨ ਦਾਤੇ। ਮੇਰਾ ਮਨ ਹਰ ਸੇਤੀ ਰਾਚੇ। ਸਤਿਗੁਰ ਬਚਨ ਦਿਓ ਅਤ ਨਿਰਮਲੋ। ਜਪ ਹਰ 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 ਮਨ ਵਾਚੇ। ਰਾਮ ਮੇਰਾ ਮਨ ਤਨ ਵੇਦ ਲਿਓ ਹਰ ਸਾਚੇ। ਜੇ ਕਾਲ ਕੈ ਮੁਖ ਜਗਤ ਸਭ ਗ੍ਰਸਿਓ। ਗੁਰ ਸਤਿਗੁਰ ਕੈ ਬਚਨ ਹਰ ਹਮ ਵਾਚੇ। ਜਿਨ ਕਉ ਪ੍ਰੀਤ ਨਾਹੀ ਹਰ ਸੇਤੀ। ਤੇ ਸਾਖਤ ਮੂੜ ਨਰ ਕਾਚੇ। ਤਿਨ ਕਉ ਜਨਮ ਮਰਨ ਅਤ ਭਾਰੀ। ਵਿੱਚ ਵਿਸਟਾ ਮਰ ਮਰ ਪਾਚੇ। ਤੁਮ ਦਇਆਲ ਸਰਣ ਪ੍ਰਤਪਾਲਕੋ। ਮੋਕੋ ਦੀਜੈ ਦਾਨ ਹਰ ਹਮ ਜਾਚੇ। ਹਰ ਕੇ ਦਾਸ ਦਾਸ ਹਮ ਕੀਜੈ। ਮਨ ਨਿਰਤ ਕਰੇ ਕਰ ਨਾਚੇ। ਆਪੇ ਸਾਹ ਵੱਡੇ ਪ੍ਰਭ ਸੁਆਮੀ। ਹਮ ਬਣ ਜਾਰੇ ਹੈ ਤਾਚੇ। ਮੇਰਾ ਮਨ ਤਨ ਜਿਉ ਰਾਸ ਸਭ ਤੇਰੀ। ਜਨ ਨਾਨਕ ਕੇ ਸੋ ਪ੍ਰਭ ਸਾਚੇ। ਆਪੇ ਸਾਹ ਵੱਡੇ ਪ੍ਰਭ ਸੁਆਮੀ। ਹਮ ਬਣ ਜਾਰੇ ਹੈ ਤਾਚੇ। ਮੇਰਾ ਮਨ ਤਨ ਜਿਉ ਰਾਸ ਸਭ ਤੇਰੀ। ਜਨ ਨਾਨਕ ਕੇ ਸਾ ਪ੍ਰਭ ਸਾਚੇ। ਸ੍ਰੀ
ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਕੇ, ਅਮੁੱਲ ਪਾਏ ਅਮੁੱਲ ਸਮਾਖੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਪਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਜਗਤ ਗੁਰੂ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ ਸੰਤਾਂ ਦੀ ਵਡਿਆਈ। ਜੋ ਸਿੱਧਾ ਨੇ ਸਤਿਗੁਰੂ ਪਾਤਸ਼ਾਹ ਅੱਗੇ ਕਈ ਬੇਨਤੀਆਂ ਰਜੋਈਆਂ ਕੀਤੀਆਂ, ਸੰਤਾਂ ਦੇ ਲੱਛਣ ਸੰਤਾਂ ਦੇ ਗੁਣ। ਸਤਿਗੁਰੂ ਪਾਤਸ਼ਾਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ ਉਹਨਾਂ ਸਤਪੁਰਸ਼ਾਂ ਦੀ ਮਹਿਮਾ ਜੋ ਉਸ ਦਾਤੇ ਪ੍ਰਭੂ ਨਾਲ ਇੱਕ ਰੂਪ ਹੋਏ ਨੇ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਜਿਨ ਗੁਣਾਂ ਦੀ ਕੀਮਤ ਕਹੀ ਨਹੀਂ ਜਾਂਦੀ, ਉਹਨਾਂ ਦਾ ਨਾਮ ਅਮੋਲਕ ਹੈ। ਜਿਸ ਦਾ ਕੋਈ ਮੁੱਲ ਹੀ ਨਹੀਂ ਉਸਨੂੰ ਅਮੋਲਕ ਕਹਿੰਦੇ ਨੇ। ਸੋ ਐਸੇ ਗਿਆਨ ਆਦਿਕ ਅਮੋਲਕ ਗੁਣ ਰੱਬ ਦੇ ਜਨਾਂ ਸੰਤਾਂ ਵਿੱਚ ਨੇ। ਹੰਤਾਂ ਤੇ ਮਮਤਾ ਤੇ ਜਗਿਆਸੂਆਂ ਨੂੰ ਰਹਿਤ ਕਰਕੇ ਸਰੂਪ ਦੀ ਪ੍ਰਾਪਤੀ ਕਰਨੀ, ਇਹ ਉਪਾਦ ਵੀ ਉਹਨਾਂ ਦਾ ਅਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਸੋ ਮੁਕਤ ਦੀ ਇੱਛਾ ਵਾਲੇ ਬ੍ਰਹਮ ਲੋਕ ਪਰਯੰਤ ਸੁਖ ਦੀ ਅਭਿਲਾਸ਼ਾ ਦੇ ਤਿਆਗੀ ਉਹ ਮੁਖੂ ਇਸ ਧਨ ਦੇ ਵਪਾਰੀ ਨਹੀਂ। ਸੋ ਵੀ ਅਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਸਤਿਗੁਰੂ ਦਾ ਹਿਰਦੇ ਵਿੱਚ ਜਿਸ ਸਾਰੇ ਗੁਣ ਸੰਯੁਕਤ ਸਾਗਜਤ ਕਾਲ ਭਗਤ ਭੰਡਾਰ ਸਥਿਤ ਹੈ, ਸੋ ਵੀ ਅਮੋਲਕ ਹੈ। ਜੋ ਇਸ ਧਨ ਲੈਣੇ ਦੇ ਨਿਮਿਤ ਮੋਹ ਮੁਖੂ ਦਾ ਸੰਤਾਂ ਦੇ ਪਾਸ ਹੀ ਆਉਣਾ, ਸੋ ਵੀ ਅਮੋਲਕ ਹੈ। ਜੋ ਜਗਿਆਸੂ ਰੱਬ ਦੇ ਜਨਾਂ ਦੇ ਪਾਸ ਹੀ ਆਉਂਦਾ। ਜੋ ਗੁਣ ਸੰਤਾਂ ਤੋਂ ਲੈ ਜਾਂਦੇ ਨੇ ਉਹ ਵੀ ਅਮੋਲ ਗੁਣ ਹੀ ਰੱਬ ਦੇ ਜਨਾਂ ਤੋਂ ਮਿਲਦੇ ਨੇ। ਪਰਸਪਰ ਗੁਰੂ ਸਿੱਖ ਦਾ ਜੋ ਪ੍ਰੇਮ ਹੈ ਸੋ ਵੀ ਅਮੋਲਕ ਹੈ, ਉਸ ਦਾ ਕੋਈ ਮੁੱਲ ਨਹੀਂ। ਔਰ ਗੁਰੂ ਦੇ ਮੇਲ ਸੇ ਆਤਮਾ ਆਨੰਦ ਹੋਣਾ, ਇਹ ਵੀ ਬੜਾ ਅਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਭਗਤੀ ਵੀ ਅਮੋਲ, ਜੋ ਸੰਤਾਂ ਦੀ ਸਭਾ ਸਥੂਪ ਵੀ ਅਮੋਲ। ਸੰਤ ਜਨਾਂ ਦੀ ਬੁੱਧੀ ਰੂਪ ਤਕੜੀ ਵੀ ਅਮੋਲ ਹੈ। ਪਾਤਸ਼ਾਹ ਫਰਮਾਉਂਦੇ ਨੇ ਅਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਵਿਚਾਰ ਰੂਪੀ ਵੱਟਾ ਵੀ ਅਮੋਲਕ ਹੈ, ਜੋ ਪਾਤਸ਼ਾਹ ਫਰਮਾਉਂਦੇ ਨੇ ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਜੇ ਸਾਥ ਮੋਹ ਮਖੂ ਆਪਣੇ ਆਤਮਾ ਨੂੰ ਤੋਲਦੇ ਨੇ, ਨੀਚੇ ਕਰਦੇ ਨੇ। ਗੁਰੂ ਦਾ ਉਪਦੇਸ਼ ਰੂਪ ਜੋ ਬਖਸ਼ੀਸ਼ ਹੈ, ਰੱਬ ਦੇ ਜਨਾਂ ਦੀ ਜੋ ਬਖਸ਼ਿਸ਼ ਬਚਨ, ਇਹ ਬਖਸ਼ੀਸ਼ ਹੈ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਉਹ ਵਿਅਰਥ ਨਹੀਂ ਜਾਂਦਾ। ਉਹ ਵੱਡੀ ਬਖਸ਼ੀਸ਼ ਦੇ ਮਾਲਕ ਰੱਬ ਦੇ ਜਨ ਹੁੰਦੇ ਨੇ। ਸੋ ਵੀ ਅਮੋਲ, ਜਿਸ ਦਾ ਕੋਈ ਮੁੱਲ ਨਹੀਂ। ਇਸ ਕੇ ਜੋ ਆਤਮਾ ਦਾ ਪ੍ਰਗਟ ਹੋਣਾ ਸੋ ਵੀ ਅਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਭਗਤੀ ਦਾ ਚਿੰਨ੍ਹ ਨਿਸ਼ਾਨ ਜੋ ਸਤਿਗੁਰਾਂ ਨੇ ਬਖਸ਼ਿਆ ਸੋ ਵੀ ਭਾਈ ਅਮੋਲਕ ਹੈ। ਕਿਰਪਾ ਵੀ ਸਤਿਗੁਰੂ ਦੀ ਅਮੋਲਕ ਹੈ, ਜੋ ਸਤਿਗੁਰੂ ਦਾ ਫਰਮਾਨ ਹੁਕਮ ਕਹਿਣਾ ਸੋ ਵੀ ਅਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਸਿੱਧ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਜੀ, ਜਿਸ ਪਰਿਪੂਰਨ ਪਰਮਾਤਮਾ ਦੀ ਭਗਤੀ ਕਰਕੇ ਸੰਤ ਜਨ ਅਮੋਲਕ ਹੋਏ, ਉਹ ਪਰਮੇਸ਼ਰ ਕੈਸਾ ਹੈ। ਉਹ ਦਾਤਾ ਮੇਰਾ ਪਰਵਰਦਗਾਰ ਵਾਹਿਗੁਰੂ ਕੈਸਾ ਹੈ ਕਿ ਭਗਤੀ ਕਰਕੇ ਅਮੋਲਕ ਬਣ ਗਏ ਰੱਬ ਦੇ ਜਨ। ਉਹ ਰੱਬ ਪਰਮਾਤਮਾ ਕੈਸਾ ਹੈ। ਸਿੱਧਾਂ ਨੇ ਆਖਿਆ ਅਮੋਲਕ ਤੇ ਅਮੋਲ ਹੈ। ਪਾਤਸ਼ਾਹ ਕਹਿਣ ਲੱਗੇ
तिसदा इंदता करके महात्म कुछ कहा नहीं जाता कि इतना है। पातशाह फरमाउंदे ने आख आख रहे लिवलाए। पातशाह फरमाउंदे ने तो भी कह कह के भूत काल जो लंघ चुका समा, भविष्यत काल जो अगे आवे, वर्तमान काल विच भी संत जन तिस विच बिरती ला रखी। सिद्ध कहन लगे सच्चे पातशाह जी तिसदे जस नूं संत ही कहंदे ने जां कोई और भी कहंदा है कि केवल संत रब दे जन ही उसदे जस नूं वखियान करदे ने, गुण गाउंदे ने जां कोई होर भी गाउंदा है। पातशाह फरमाउंदे ने जगत गुरु गुरु नानक देव महाराज जी आखै वेद पाठ पुराण, आखै पढ़े करें वखियान, आखै बर में आखै इंद, आखै गोपी तै गोविंद, आखै ईश्वर आखै सिद्ध, आखै कीते कीते बुद्ध, आखै दानव आखै देव, आखै सुर नर मुन जन सेवो। पातशाह फरमाउंदे ने सिद्धो उस परिपूर्ण परमात्मा दा जस चार वेद भी कहंदे ने, वो भी जस गाउंदे ने उस दाते परवदगार दा, तरलोकी दे मालक अकाल पुरख दा 18 पुराण भी जस गाउंदे ने, तिन्हां दे पढ़न खारे भी गाउंदे ने। इस पाठ नूं पढ़ के वखियान कथा करन खारे वखियान टीका करन खारे भी गाउंदे ने। ब्रह्मा जी भी उसका जस गाउंदा है, चंद्रमा इंद्र भी गाउंदे ने, गोपियां भी गाउंदियां ने, कृष्ण जी भी गीता आदकां विच गाउंदे ने, ते इस गोबिंद दे गोपियां भी गाउंदियां ने, महादेव जी ईश्वर भी, गोरखनाथ आदि सिद्ध भी उसके जस नूं गाउंदे ने। कितने ही जो बुद्धवान परमेश्वर ने कीते ने, बुद्ध आदि ग्रह सो भी गाउंदे ने। दनू की संतान दानव रहलाद भगत आदि भी गाउंदे ने। जो सृष्टि के आद यादक देवता ने रचे गए ने, जिन्हां दी अजान संघिया भी है, अजान संघिया सो भी कहंदे ने उसदे जस। मुनि जन नाद मुनि आदिक सब गाउंदे ने परमेश्वर दे जस। समान से सब सुर नार मुन भगत शिव जी दे जो उपासक ने, वो भी उस दाते परिपूर्ण परमात्मा दा जस गाउंदे ने। केते आख है आखण पागे, केते कह कह उठ उठ जागे। सतगुरु पातशाह गुरु नानक देव महाराज जी पावन बचन कहते ने, तो कितने वर्तमान काल विच कितने कहने लगे ने, भविष्यत काल विच भी कहणगे जपणगे उस दाते दे नाम प्रभु। कितने भूत काल विच भी कह कह करके उठ गए ने, जगत तो कूच कर गए। एते कीते होर करें ता आख न सके के। इतने जो गहने कीते ने पातशाह गुरु नानक देव महाराज जी फरमाउंदे ने, इतने और भी करे ने। पिछलियां दे साथ मिलाइए तो भी किसी रीत से कह नहीं सकांगे, अणगिणत ही ने। पातशाह फरमाउंदे जे वड पावै ते वड होए, नानक जानै साचा सोए। जितना वड्डा विस्तार करना चाहता उतना ही वड्डा हो जाता। जिवें जगत गुरु गुरु नानक देव महाराज जगत नूं तारदे होए, देवलूत नूं तार के जदों सतगुरु घने जंगल बियावान विच बैठे, कोहां तक कोई जीव पंछी आदि उस जंगल विच दिखाई नहीं दिंदा। भाई मरदाने नूं अत दी भुख लगी, बड़े बचन कीते गुरुदेव पातशाह, पर सतगुरु आग्या ना देन जाणगे, आप ही पपा हो के चला।
ਕੁਝ ਦੂਰ ਗਿਆ, ਕੁਝ ਫਲ ਖਾਧੇ। ਭਾਈ ਮਰਦਾਨੇ ਨੇ ਰੁੱਖਾਂ ਨਾਲੋਂ ਤੋੜ ਕੇ ਇੱਕ ਦੈਂਤ ਬਹੁਤ ਵੱਡਾ ਰਹਿੰਦਾ ਸੀ ਉਸ ਘਣੇ ਜੰਗਲ ਦੇ ਵਿੱਚ। ਕੋਹਾਂ ਤੱਕ ਦਸਤਾਰ ਸੀ ਉਸ ਦੈਂਤ ਦਾ। ਉਸ ਦੈਂਤ ਨੇ ਦੇਖਿਆ ਕਿ ਮਨੁੱਖ ਤਤਕਾਲ ਮੂੰਹ ਦੇ ਵਿੱਚ ਪਾ ਲਿਆ। ਭਾਈ ਮਰਦਾਨੇ ਨੂੰ ਸਣ ਦੇਖੀ, ਫਿਰ ਯਾਦ ਕਰਦਾ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਨੂੰ, ਪਾਤਸ਼ਾਹ ਤੁਸੀਂ ਪਤਿਤ ਪਾਵਨ ਹੋ, ਤੁਹਾਡਾ ਸਾਥੀ ਹਾਂ, ਤੁਹਾਡਾ ਬਚਨ ਨਹੀਂ ਮੰਨਿਆ, ਮੈਨੂੰ ਉਤਾਰੋ, ਮੈਨੂੰ ਬਚਾਵੋ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਮਰਦਾਨੇ ਨੂੰ ਦੈਂਤ ਨੇ ਸਣ ਦੇਹੀ ਗਾਲ ਲਿਆ, ਅਸੀਂ ਜਾਂਦੇ ਹਾਂ, ਤੂੰ ਇੱਥੇ ਹੀ ਠਹਿਰ। ਪਾਤਸ਼ਾਹ ਤਤਕਾਲ ਪਹੁੰਚ ਗਏ। ਸਤਿਗੁਰੂ ਵੀ ਉਸਦੀ ਦੇਹੀ ਵਿੱਚ ਪ੍ਰਵੇਸ਼ ਕਰ ਗਏ। ਕੋਹਾਂ ਤੱਕ ਉਸਨੇ ਦੇਹੀ ਵੱਡੀ ਕਰ ਲਈ। ਪਾਤਸ਼ਾਹ ਨੇ ਵੀ ਵੱਡਾ ਆਕਾਰ ਕਰ ਲਿਆ। 36,000 ਕੋਹਾਂ ਤੱਕ ਜੋਜਨ, 36,000 ਜੋਜਨ ਵਿਸਤਾਰ ਕੀਤਾ ਉਸ ਦੈਂਤ ਨੇ। ਪਾਤਸ਼ਾਹ ਨੇ ਉਸ ਤੋਂ ਵੀ ਵੱਧ ਫਿਰ ਤੱਕ ਹਾਰ ਕੇ ਡਿੱਗ ਪਿਆ। ਫਿਰ ਉਸਦੇ ਜੋ ਸਤਿਗੁਰੂ ਪਾਤਸ਼ਾਹ ਭਾਈ ਮਰਦਾਨਾ ਬਾਹਰ ਹੀ ਆਏ, ਤੇ ਰੂਹ ਪ੍ਰਗਟ ਹੋਈ। ਫਿਰ ਸੱਚਖੰਡ ਵਿੱਚੋਂ ਈਵਾਨ ਹੀ ਆਇਆ। ਜਦੋਂ ਜਾਣ ਲੱਗਿਆ ਭਾਈ ਮਰਦਾਨੇ ਨੇ ਪੁੱਛਿਆ, ਤੇਰੀ ਇਹ ਦਸ਼ਾ ਕਿਉਂ ਹੋਈ, ਇਹ ਦੈਂਤ ਜੂਨੀ ਕਿਉਂ ਪਈ? ਉਹ ਦੈਂਤ ਕਹਿਣ ਲੱਗਾ, ਮੈਂ ਰਾਜੇ ਜਨਕ ਦੇ ਰਸੋਈਆ ਸੀ। ਰਾਜੇ ਜਨਕ ਦਾ, ਰਾਜੇ ਜਨਕ ਨੇ ਸਾਧੂ ਮਹਾਤਮਾ ਨੂੰ ਭੋਜਨ ਛਕਾਣਾ ਸੀ। ਮੈਨੂੰ ਕਿਹਾ ਬੜਾ ਸੁੰਦਰ ਭੋਜਨ ਤਿਆਰ ਕਰਨਾ, ਬੜਾ ਸੁੰਦਰ ਭੋਜਨ ਚਾਉ ਨਾਲ ਮੈਂ ਤਿਆਰ ਕੀਤਾ, ਪਰ ਮੈਨੂੰ ਅੱਤ ਦੀ ਭੁੱਖ ਲੱਗ ਗਈ। ਮੈਂ ਭੋਜਨ ਚੋਰੀ ਛਕ ਲਿਆ। ਰਾਜੇ ਜਨਕ ਜੀ ਨੂੰ ਪਤਾ ਲੱਗ ਗਿਆ। ਫਿਰ ਮੈਨੂੰ ਬਚਨ ਕਰ ਦਿੱਤੇ ਰਾਜੇ ਜਨਕ ਨੇ, ਜਾ ਤੂੰ ਦੈਂਤਾਂ ਵਾਲਾ ਕੰਮ ਕੀਤਾ ਹੈ, ਦੈਂਤ ਜੂਨੀ ਵਿੱਚ ਪਾਵੇਂ। ਫਿਰ ਮੈਂ ਬੇਨਤੀ ਕੀਤੀ ਕਿ ਰਾਜਨ ਮਹਾਰਾਜ, ਤੁਹਾਡਾ ਬਚਨ ਸੱਚ ਹੈ, ਪਰ ਜੋ ਪਿੱਛੇ ਮੈਂ ਸੇਵਾਵਾਂ ਕੀਤੀਆਂ ਨੇ ਸਾਧੂ ਸੰਤਾਂ ਦੀਆਂ, ਮੈਨੂੰ ਫਲ ਕਿਉਂ ਮਿਲੇਗਾ ਮੇਰਾ ਉਹਦਾ? ਫਿਰ ਰਾਜੇ ਜਨਕ ਨੇ ਬਚਨ ਕੀਤੇ ਸੀ ਕਿ ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਆਪ ਨਿਰੰਕਾਰ ਆਵਣਗੇ, ਉਹ ਤੈਨੂੰ ਉਤਾਰਨਗੇ, ਤੇਰੀ ਮੁਕਤ ਹੋਵੇਗੀ, ਉਦੋਂ ਤੈਨੂੰ ਇਹ ਸੇਵਾ ਦਾ ਫਲ ਮਿਲੇਗਾ। ਹੁਣ ਸਤਿਗੁਰੂ ਪਾਤਸ਼ਾਹ ਆਏ, ਮੈਂ ਮੁਕਤ ਹੋਇਆ ਹਾਂ, ਹੁਣ ਮੈਂ ਬੈਕੁੰਠ ਨੂੰ ਜਾਂਦਾ, ਕਿਉਂਕਿ ਉਹ ਮਾਲਕ ਕਿਤਨਾ ਵੱਡਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਜੇ ਵੱਡ ਭਾਵ ਹੈ ਤੇ ਵੱਡ ਹੋਏ। ਜਿਤਨਾ ਵੱਡਾ ਵਿਸਤਾਰ ਕਰਨਾ ਚਾਹੁੰਦਾ ਹੈ, ਉਤਨਾ ਹੀ ਵੱਡਾ ਹੋ ਜਾਂਦਾ ਹੈ, ਕਿਉਂਕਿ ਉਹ ਮਾਲਕ ਹੈ, ਵੱਡਾ ਦਾਤਾ, ਜਗਤ ਦਾ ਸਿਰਜਣਹਾਰ ਹੈ, ਵਿਰਾਟ ਰੂਪ ਧਾਰ ਲੈਂਦਾ। ਭਗਵਾਨ ਨੇ ਧਾਰਿਆ ਸੀ ਵਿਰਾਟ ਰੂਪ, ਵਿਖਾਇਆ ਅਰਜਨ ਇਸ ਚੱਲ ਚ, ਕਿਉਂਕਿ ਉਹ ਮਾਲਕ ਬਹੁਤ ਵੱਡਾ ਹੈ। ਨਾਨਕ ਜਾਣੈ ਸਾਚਾ ਸੋਏ, ਪਰਮੇਸ਼ਰ ਸਤ ਸੰਕਲਪ ਹੈ, ਸੋਈ ਸੱਚਾ ਸਭਨਾਂ ਨੂੰ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਮਾਲਕ ਸਭਨਾਂ ਦੇ ਹਿਰਦੇ ਦੀ ਜਾਣਦਾ ਹੈ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਚਨ ਕਹਿੰਦੇ ਨੇ, ਜੋ ਕੋਈ ਬੋਲ ਵਿਗਾੜ, ਵਿਅਰਥ ਬੋਲਣ ਵਾਲਾ, ਪਰਮੇਸ਼ਰ ਦਾ ਅੰਤ ਕਹੇ, ਮੈਂ ਅੰਤ ਪਾ ਲਵਾਂਗਾ। ਪਾਤਸ਼ਾਹ ਫਰਮਾਉਂਦੇ ਨੇ ਕਿ ਪਰਮੇਸ਼ਰ ਇਤਨਾ ਸੋ ਗਵਾਰਾਂ ਕੇ ਸਿਰ ਗਵਾਰ, ਭਾਵ ਉਹ ਮਹਾਮੂਰਖਾਂ ਵਿੱਚ ਲਿਖਿਆ ਜਾਂਦਾ ਹੈ ਕਿ ਮਹਾਮੂਰਖ। ਸਿੱਧ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ, ਐਸੇ ਕਰਤਾ ਪੁਰਖ ਦਾ ਦਰ ਤੇ ਘਰ ਕਿਹੜਾ? ਇਤਨਾ ਵੱਡਾ ਮਾਲਕ, ਦੀਨ ਦੁਨੀਆ ਦਾ ਸਿਰਜਣਹਾਰ, ਕਰਤਾ ਪੁਰਖ, ਉਸ ਦਾ ਦਰ ਤੇ ਘਰ ਕਿਹੜਾ? ਕੈਸਾ ਹੈ ਜਿੱਥੇ ਬੈਠ ਕੇ ਸਰਬ ਵਿਚਾਰ ਸ੍ਰਿਸ਼ਟੀ ਦੀ ਸੰਭਾਲ ਕਰਦਾ, ਸਭਨਾਂ ਨੂੰ ਪਾਲਦਾ ਹੈ, ਜਿੱਥੇ ਬੈਠ ਕੇ ਉਸਦਾ ਘਰ ਤੇ ਦਰ ਕੈਸਾ ਹੈ।
पातशाह अगे बचन कीते सिद्धा ने। सतगुरु पातशाह गुरु नानक देव महाराज पावन उपदेश बख्शदे ने। सो दर केहा सो घर केहा जित बह सरब संभाले। सो दर सो घर वास्तव ते कुछ कहा ही नहीं जाता। पातशाह फरमाउंदे ने तुहाडे जो तुसी सवाल कीता अनुसार जग्यासुआं दे ध्यान निमित कुछ सरगुण रूप दे दर ते घर दा पातशाह कहन लगे असीं वर्णन करदे हां। दसदे हम सरगुण दा कैसा घर ते दर है। वास्तव ते कुछ कहा नहीं जाता। परमेश्वर अगे सन्मुख बेनती सिद्धा नोतर उचारण करते हुए जगत दे मालक गुरु नानक देव महाराज स्वरूप घर सत संग दर बैकुंठ घर संसार दर। अगे परमेश्वर दे दर संसार की रचना कहते हैं। वाजे नाद अनेक असंखा केते वावण हारे। पातशाह फरमाउंदे ने उस दर ते बैकुंठ किसनू कहा। बैकुंठ नगर जहां संत वासा जिथे रब दे जना दा वासा बैकुंठ नगर है। ते तरलोकी दा मालिक प्रतख बैठा है। सचखंड विच बैठा है। सचखंड वसै निरंकार। निरंकार सचखंड विच बैठा है। जो बाबा जी ने बख्शियां करनियां धन धन बाबा आनंद सिंह महाराज जी जो इत्थे सचखंड सच्ची दरगाह जदों मृतक होके जाओगे उत्थे भी सच्ची दरगाह ऐसी ही है। ये दरगाह का नक्शा है। रब दे जन जो देखते नहीं वो कह देंगे क्योंकि आप दरगाही महापुरुष जानते नहीं सब। दरगाह का नक्शा इस तरह ही सचखंड घर उसका जो पातशाह फरमाउंदे ने सो दर केहा सो घर केहा जित बह सरब संभाले। वाजे नाद अनेक असंखा कीते वावण हारे। ये सिद्धो तिस घर दे द्वारे पर अनाद आदक असंख वाजे वजदे ने। अनेक प्रकारां दे वाजे वज रहे ने। कितने ही उन्हां दे बजावण हारे वजंतरी ने। केते राग परी स्यों कहियन केते गावण हारे। पातशाह फरमाउंदे ने कितने ही अनेक अनंत राग रागणियां दे सहत कहे जाते। कितने तिन रागां दे गावण हारे गंधर्व आदिक रागी ने जो गाउंदे ने उस दे जस। गावै तोनो पौण पाणी वै संत गावै राजा धर्म द्वारे। हे प्रभु हे मेरे अकाल पुरख वाहे गुरु तेनू पौण जल जल अभिमानी वर्ण देवता अगन जठरागन बड़गावन दावागन गाउंदे ने। तेरे द्वारे बस सबना दा सब लैने वाला धर्म राजा भी धर्मात्मा भी जस नू गाउंदा है। गावै चित गुप्त लिख जाने लिख लिख धर्म विचारे। जो चित्र ते गुप्त ने चित्र गुप्त सब लिखते लेखा। जो चित्र सारे दिन का हिसाब लिखता है गुप्त सारी रात का। पातशाह फरमाउंदे ने जगत गुरु गुरु नानक देव महाराज जी हे मेरे परवरदिगार जो गुप्त कीते हुए जीवां दे कर्मां नूं चित सो चित्र गुप्त जो जीवां दे शुभ अशुभ कर्मां नूं जानदा है चित्र गुप्त। दे कवार अनक पलते में पलदारा संग पाकै चित्र गुप्त जब लेखा मांगै तब कौन पढ़दा तेरा ठक। दे कवार अनक पलते में पर जो कर्म ऐसे करदा चित्र गुप्त सब कुछ देखते ने लिखिया जाता उत्थे मनुख झूठ नहीं बोल सकता मुनकर नहीं हो सकता। उत्थे सच्चे ही सच निबड़ चुन वक कढ़े जजमाले।
ਸੱਚੋ ਸੱਚ ਦੇ ਨਿਬੇੜੇ ਨੇ ਜੋ ਪਾਤਸ਼ਾਹ ਫਰਮਾਉਂਦੇ ਨੇ। ਗਾਵਹਿ ਚਿੱਤ ਗੁਪਤ ਲਿਖ ਜਾਣ, ਜੋ ਮਨੁੱਖਾਂ ਦੇ ਸ਼ੁਭ ਅਸ਼ੁਭ ਕਰਮਾਂ ਨੂੰ ਜਾਣਦੇ ਨੇ ਚਿੱਤਰ ਤੇ ਗੁਪਤ। ਜਿਸ ਦੇ ਲਿਖੇ ਅਨੁਸਾਰ ਧਰਮ ਰਾਜਾ ਫਿਰ ਨਿਆਉ ਵਿਚਾਰਦਾ। ਇਹ ਲਿਖਦੇ ਨੇ, ਬਹੀ ਦੇ ਉੱਤੇ ਉਹ ਲਿਖਿਆ ਜਾਂਦਾ ਤੇ ਧਰਮ ਰਾਜ ਦੇ ਉਹਨਾਂ ਮਨੁੱਖਾਂ ਨੂੰ, ਪੁੰਨੀ ਤੇ ਪਾਪੀਆਂ ਨੂੰ ਪੇਸ਼ ਕੀਤਾ ਜਾਂਦਾ ਹੈ ਜਮਦੂਤਾਂ ਦੇ ਜ਼ਰੀਏ। ਤੇ ਧਰਮ ਰਾਜਾ ਨਿਆਉ ਵਿਚਾਰਦਾ ਕਿ ਮਨੁੱਖ ਨੇ ਇਹ ਕਰਮ ਕੀਤੇ ਨੇ, ਇਤਨੀ ਆਰਵਲਾ ਇਸਨੇ ਜਗਤ ਵਿੱਚ ਬਤੀਤ ਕੀਤੀ ਹੈ, ਚੰਗਾ ਤੇ ਮਾੜਾ, ਇਹ ਪੁੰਨ ਤੇ ਪਾਪ ਕੀਤਾ, ਤੇ ਸਜ਼ਾਵਾਂ ਉੱਥੇ ਸੁਣਾਈਆਂ ਜਾਂਦੀਆਂ ਨੇ। ਉਸਦਾ ਫਲ ਸ਼ੁਭ ਤੇ ਅਸ਼ੁਭ, ਸਵਰਗ ਨਰਕ ਆਦਿ ਦਿੱਤਾ ਜਾਂਦਾ ਹੈ। ਸੋ ਚਿੱਤਰ ਗੁਪਤ ਵੀ ਉਸ ਦਾਤੇ ਮੇਰੇ ਪ੍ਰਭੂ ਦੇ ਭਾਈ, ਉਹ ਵੀ ਗੁਣ ਗਾਉਂਦੇ ਨੇ। ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। हे ਮੇਰੇ ਪਰਵਰਦਗਾਰ, ਤੇਰੇ ਸਵਾਰੇ ਹੋਏ, ਤੇਰੇ ਬਣਾਏ ਹੋਏ ਸ਼ਿਵ ਜੀ ਮਹਾਰਾਜ, ਬ੍ਰਹਮਾ ਜੀ, ਇਹਨਾਂ ਦੀਆਂ ਦੇਵੀਆਂ ਕਿਆ ਸ਼ਕਤੀਆਂ ਜੋ ਸੁਭਾਈਮਾਨ ਨੇ। ਸੋ ਤਿੰਨ ਸ਼ਕਤੀਆਂ ਸਮੇਤ ਤੇਰੇ ਜਸ ਨੂੰ ਉਹ ਵੀ ਨਿਤ ਗਾਉਂਦੇ ਨੇ, ਨਿਤ ਜਪਦੇ ਨੇ। ਗਾਵਹਿ ਇੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲ। ਇੰਦਰ ਦੇਵਤਿਆਂ ਦੇ ਦਲ ਵਿੱਚ ਇੰਦਰਾਸਨ ਪਰ ਬੈਠੇ ਹੋਏ ਤੇਰੇ ਦਰ ਪਰ ਜਸ ਗਾਉਂਦਾ ਹੈ ਇੰਦਰ ਦੇਵਤਾ। ਆਦਰ ਸੰਯੁਕਤ ਦੇਵਤਿਆਂ ਦੇ ਸਾਥ ਗਾਉਂਦੇ ਨੇ ਪ੍ਰਭੂ ਦੇ ਗੁਣ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਸਿੱਧ ਲੋਕ ਸਮਾਧੀਆਂ ਵਿੱਚ ਜੁੜੇ ਹੋਏ ਨੇ। हे ਮੇਰੇ ਵਾਹਿਗੁਰੂ, ਤੇਰਾ ਜਸ ਗਾਉਂਦੇ ਨੇ ਜੋ ਵਿਚਾਰਵਾਨ ਸਾਧੂ ਵਿਚਾਰੀ। ਸੋ ਵਿਚਾਰ ਪੂਰਵਕ ਉਹ ਵੀ ਜਸ ਗਾਉਂਦੇ ਨੇ ਪ੍ਰਭੂ ਦਾ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਜਤੀ ਸਤ ਬੋਲਣ ਹਾਰੇ, ਸਤੀ ਯਥਾ ਲਾਭ ਸੰਤੁਸ਼ਟ ਰਹਿਣ ਹਾਰੇ। ਸੰਤੋਖੀ ਜਿਵੇਂ ਚੁਣ ਕੇ ਲਿਖੀ ਜੀ ਹੋਏ, ਐਸੇ ਸੰਤੋਖੀ ਸਨ ਜੋ ਪ੍ਰਭੂ ਨੇ ਬਖਸ਼ਿਆ ਉਹ ਛਕ ਲੈਣ। ਘਣੇ ਜੰਗਲ ਦੇ ਵਿੱਚ ਚੁਣ ਕੇ ਲਿਖੀ ਜੀ ਦੀ ਕੁਟੀਆ, ਇੱਕ ਇਸਤਰੀ ਹੈ, ਉਹ ਪੁੱਤਰ ਹੈ ਔਰ ਉਸ ਦੀ ਇਸਤਰੀ ਹੈ। ਚਾਰ ਜਾਣੇ ਘਣੇ ਜੰਗਲ ਵਿੱਚ ਰਹਿੰਦੇ ਨੇ। ਮੋਹਲੇ ਧਾਰ ਵਾਰ ਬੜੀ ਪੈ ਰਹੀ, ਕਈ ਦਿਨ ਬਤੀਤ ਹੋ ਗਏ, ਕੁਝ ਅੰਨ ਜਲ ਨਹੀਂ ਛਕਿਆ। ਉਸ ਪ੍ਰਭੂ ਦੇ ਜਸ ਨੂੰ ਗਾ ਰੱਖੀ। ਪ੍ਰਾਣਾਂ ਦੀ ਰੱਖਿਆ ਵਾਸਤੇ ਚੁਣ ਖਰੀਕੀ ਜੀ ਕੁਟੀਆ ਚੋਂ ਬਾਹਰ ਨਿਕਲੇ। ਇਹ ਕੁਝ ਲੈ ਆਏ, ਚੱਲ ਪਏ, ਕੀ ਦੇਖਦੇ ਨੇ? ਇੱਕ ਉੱਚੀ ਢਾਬ ਤੇ ਕੁਝ ਦਾਣੇ ਮਿਲੇ। ਉਹ ਦਾਣੇ ਲਿਆ ਕੇ ਸੂਤਰ ਬਣਾ ਲਏ। ਅੰਜਾਂ ਬਰਤਨਾਂ ਵਿੱਚ ਪਾ ਲਏ। ਫਿਰ ਬੈਠੇ ਨੇ ਉਸ ਦੀ ਯਾਦ ਵਿੱਚ, ਕੋਈ ਉਸ ਵਾਹਿਗੁਰੂ ਦੇ ਅਮਿਤ ਕੋਈ ਆਵੇ, ਪਹਿਲਾਂ ਉਸ ਨੂੰ ਛਕਾਈਏ ਫਿਰ ਛਕੀਏ। ਤਰਲੋਕੀ ਦਾ ਮਾਲਕ ਆਪ ਬ੍ਰਹਮਣ ਦਾ ਰੂਪ ਧਾਰ ਕੇ ਆ ਗਿਆ ਕਿ ਅੱਤ ਦੀ ਭੁੱਖ ਲੱਗੀ, ਨੂੰ ਛਕਾਇਆ। ਫਿਰ ਆਖਿਆ ਇਸ ਨਾਲ ਭੁੱਖ ਮਿਟੀ ਨਹੀਂ, ਆਪਣਾ ਵਾਲਾ ਬਾਟਾ ਵੀ ਦੇ ਦਿੱਤਾ। ਇਸਤਰੀ ਵਾਲਾ ਸਾਰਿਆਂ ਨੇ ਦੇ ਦਿੱਤਾ, ਪਰ ਰੰਚਕ ਮਾਤਰ ਵੀ ਮਨ ਵਿੱਚ ਨਹੀਂ ਆਇਆ ਕਿ ਅਸੀਂ ਕਈ ਦਿਨਾਂ ਦੇ ਭੁੱਖੇ ਹਾਂ। ਤਰਲੋਕੀ ਦਾ ਮਾਲਕ ਆਪ ਪ੍ਰਗਟ ਹੋ ਗਿਆ। ਫਿਰ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਚੁਣ ਕੇ ਲਿਖੀ ਜੀ ਤੇ ਭਗਵਾਨ ਕਹਿਣ ਲੱਗੇ, ਚੁਣ ਕੇ ਲਿਖੀ ਜੀ, ਜੋ ਤੇਰੀ ਮੰਗ ਹੈ ਮੰਗ ਲੈ, ਅਸੀਂ ਬੜੇ ਪ੍ਰਸੰਨ ਹਾਂ ਤੇਰੇ ਤੇਰੇ ਪਰਿਵਾਰ ਤੇ। ਐਸਾ ਸੰਤੋਖ ਤੁਹਾਡੇ, ਧੰਨ ਹੋ ਤੁਸੀਂ। ਚੁਣ ਕੇ ਲਿਖੀ ਜੀ ਕਹਿਣ ਲੱਗੇ, ਪ੍ਰਭੂ ਤੁਹਾਡੇ ਦਰਸ਼ਨ ਦਿਦਾਰੇ ਹੋ ਗਏ, ਸਭ ਕੁਝ ਮਿਲ ਗਿਆ। ਤੇ ਚਾਰੇ ਪਦਾਰਥ ਤੋਂ ਵੱਡੀਆਂ ਬਖਸ਼ਿਸ਼ਾਂ ਪ੍ਰਭੂ ਨੇ ਕੀਤੀਆਂ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ।
ਬਾਵਨ ਵੀਰ ਸਾਵਧਾਨ ਹੋ ਕੇ ਸੂਰਮੇ ਹਠੀਲੇ ਤੇਰੇ ਜਸ ਨੂੰ ਖੇ ਮੇਰੇ ਪਰਵਦਗਾਰ ਉਹ ਗਾਉਂਦੇ ਨੇ। ਗਾਵਨ ਪੰਡਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲ। ਪੰਡਤ ਪੜਨ ਹਾਰੇ ਵਿਦਿਆਰਥੀ ਇੰਦਰੀ ਜਿਤ ਰਿਖੀ ਜੁਗਾਂ ਜੁਗਾਂ ਵਿੱਚ ਵੇਦਾਂ ਦੇ ਸਾਥ ਸਭ ਤੇਰੇ ਜਸ ਨੂੰ ਖੇ ਮੇਰੇ ਵਾਹਿਗੁਰੂ ਗਾਉਂਦੇ ਨੇ। ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਚ ਪਿਆਲੇ। ਸਵਰਗ ਦੀਆਂ ਮਿਰਤ ਲੋਕ ਦੀਆਂ ਪਾਤਾਲ ਦੀਆਂ ਮਨ ਮੋਹਣ ਵਾਲੀਆਂ ਇਸਤਰੀਆਂ ਹੇ ਮਨ ਮੋਹਨ ਪ੍ਰਭੂ ਇਹ ਸਭ ਤੇਰੇ ਜਸ ਨੂੰ ਗਾਉਂਦੀਆਂ ਨੇ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲ। ਜੋ ਇਸ ਸ੍ਰਿਸ਼ਟੀ ਵਿੱਚ ਉੱਤਮ ਤੋਂ ਉੱਤਮ ਪਦਾਰਥ ਤੈਂ ਸਾਜੇ ਨਹੀਂ ਮੇਰੇ ਪਰਵਦਗਾਰ। ਮਣੀ ਆਦਿਕ ਰਤਨ ਜਿਵੇਂ 14 ਰਤਨ ਨੇ ਸਭ ਤੇਰੇ ਜਸ ਨੂੰ ਗਾਉਂਦੇ ਨੇ ਮੇਰੇ ਵਾਹਿਗੁਰੂ। 68 ਤੀਰਥ ਨਦੀਆਂ ਨਾਲ ਇਹਨਾਂ ਦੇ ਅਭਿਮਾਨੀ ਦੇਵਤਾ ਹੇ ਮੇਰੇ ਵਾਹਿਗੁਰੂ ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਗੁਰੂ ਬਾਣੀ ਵਿੱਚ 68 ਪਦ ਮੁੱਖ ਤੀਰਥਾਂ ਦਾ ਬੋਧਕ ਹੈ। ਤੀਰਥ ਚਾਹੇ ਇਹਨਾਂ ਸੇ ਅਧਿਕ ਵੀ ਹੋ ਕੁਛ ਦੋਖ ਨਹੀਂ। ਤਾਬੇ ਅਰਥ ਹੋਇਆ ਕਿ ਮੁੱਖ ਤੀਰਥ ਨਦੀਆਂ ਨਾਲਿਆਂ ਦੇ ਅਭਿਮਾਨੀ ਦੇਵਤਾ ਹੇ ਮੇਰੇ ਵਾਹਿਗੁਰੂ ਤੇਰੇ ਜਸ ਨੂੰ ਗਾਉਂਦੇ ਨੇ। ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ। ਪਾਤਸ਼ਾਹ ਫਰਮਾਉਂਦੇ ਨੇ ਜੋਧਾ ਰਥੀ ਜੋ ਆਪਣੇ ਬਰਾਬਰ ਦੇ ਸਾਥ ਯੁੱਧ ਕਰੇ ਉਸ ਨੂੰ ਰਥੀ ਕਹਿੰਦੇ ਨੇ। ਜੋਧਾ ਮਹਾਬਲੀ ਮਹਾਰਥੀ ਜੋ 10,000 ਦੇ ਸਾਥ ਯੁੱਧ ਕਰੇ ਉਸ ਨੂੰ ਮਹਾਬਲੀ ਕਹਿੰਦੇ ਨੇ। ਸੂਰਾ ਅਤ ਰਥੀ ਜੋ ਅਸੰਖਾਂ ਦੇ ਸਾਥ ਜੋ ਅਕੇਲਾ ਹੀ ਯੁੱਧ ਕਰੇ ਅਣਗਿਣਤੀ ਤੋਂ ਬਾਰੇ ਹੋਵੋ ਪਰ ਕੱਲਾ ਹੋਵੇ ਯੁੱਧ ਕਰੇ। ਜੈਸੇ ਸ੍ਰੀ ਹਰਿਸ਼ਨ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਅਥਰਥੀ ਬਿਨਾ ਅਵਤਾਰ ਤੇ ਨਹੀਂ ਹੁੰਦਾ। ਬਿਨਾ ਅਵਤਾਰ ਅੰਤਰੀਵ ਜਿਸਨੇ ਸਰੀਰ ਨੂੰ ਜਿੱਤਿਆ ਸੋ ਰਥੀ। ਜਿਸਨੇ ਸਰੀਰ ਇੰਦਰੀਆਂ ਨੂੰ ਜਿੱਤਿਆ ਸੋ ਮਹਾਰਥੀ ਨੇ। ਅਸੰਖ ਮਨ ਦੀਆਂ ਬਿਲਤੀਆਂ ਨੂੰ ਜਿੱਤ ਲਿਆ ਸੋ ਅਤ ਰਥੀ। ਹੇ ਮੇਰੇ ਵਾਹਿਗੁਰੂ ਸਭ ਤੇਰਾ ਜਸ ਗਾਉਂਦੇ ਨੇ। ਜੋ 4 ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਪਜ। ਅੰਡਜ ਜੋ ਆਂਧਿਆਂ ਤੋਂ ਪੈਦਾ ਹੋਣ ਵਾਲੇ ਮੋਰ ਆਦਿ। ਜੇਰਜ ਮਨੁੱਖ ਆਦਿ। ਸੇਤਜ ਮੈਲ ਤੋਂ ਜੂਆਂ ਉਤਪਜ ਗੜੋਏ ਆਦਿਕ ਧਰਤੀ ਤੋਂ। ਇਹ 4 ਖਾਣੀਆਂ ਦੇ ਹੀ ਜੀਵ ਨੇ। ਅੰਡਜ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ। ਕਿਉਂਕਿ ਸਾਜਣ ਵਾਲਾ ਮੇਰਾ ਵਾਹਿਗੁਰੂ ਆਪ। 4 ਖਾਣੀਆਂ ਦੇ ਜੋ ਜੀਵ ਨੇ ਹੀ ਮੇਰੇ ਪਰਵਦਗਾਰ ਉਹ ਤੇਰੇ ਜਸ ਨੂੰ ਗਾਉਂਦੇ ਨੇ। ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ। ਪਾਤਸ਼ਾਹ ਫਰਮਾਉਂਦੇ ਨੇ ਜੋ ਬਣਾ ਕੇ ਆਪਣੀ ਸਤਾ ਦੇ ਧਾਰਨ ਕਰ ਰੱਖੇ ਨੇ ਮੇਰੇ ਪਰਵਦਗਾਰ ਨੇ। ਐਸੇ ਨਵਾਂ ਖੰਡਾਂ ਵਿੱਚ ਮੰਡਲ ਖੰਡਾਤਰ ਗਤ ਜੋ ਇਸੇ ਨੇ ਜੈਸੇ ਅਬਹਾਤਾ ਕਹਿੰਦੇ ਨੇ ਬੰਗਾਲ ਹਾਤਾ ਪੰਜਾਬ ਹਾਤਾ ਮੰਦਰਾਜ ਹਾਤਾ। 100 ਜੋਜਨ ਕੇ ਕੋ ਮੰਡਲ ਕਹਿੰਦੇ ਨੇ। 100 ਜੋਜਨ ਸੋ ਇਹਨਾਂ ਦੇ ਵਸਣ ਹਾਰੇ ਰਾਜ ਇਹਨਾਂ ਦੇ ਅਭਿਮਾਨੀ ਦੇਵਤਾ ਕਿ ਮੇਰੇ ਵਾਹਿਗੁਰੂ ਸਭ ਤੇਰਾ ਜਸ ਗਾਉਂਦੇ ਨੇ। ਬ੍ਰਹਮੰਡ ਜੋ ਅਨੰਤ ਹੈ ਤਿਨਾਂ ਦੇ ਅਭਿਮਾਨੀ ਦੇਵਤਾ ਹੀ ਮੇਰੇ ਪਰਵਦਗਾਰ ਉਹ ਵੀ ਤੇਰਾ ਜਸ ਗਾਉਂਦੇ ਨੇ। ਸੇਠ ਪੁਰਖ ਖਲ ਪੁਰਖ ਸਭ ਤੈਨੂੰ ਗਾਉਂਦੇ ਨੇ। ਸੇ ਤੁਧ ਨੋ ਗਾਵੇ ਜੋ ਤੁਧ ਭਾਵ ਰਤੇ ਤੇਰੇ ਭਗਤ ਰਸਾਲੇ। ਹੀ ਮੇਰੇ ਪਰਵਦਗਾਰ ਜਥਾ ਸੋਈ ਤੈਨੂੰ ਗਾਉਂਦੇ ਨੇ ਜੋ ਤੈਨੂੰ ਭਾਉਂਦੇ ਨੇ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਹੈ। ਕਿਉਂਕਿ ਤੇਰੀ ਕਿਰਪਾ ਤੋਂ ਬਿਨਾਂ ਤੈਨੂੰ ਗਾਇਆ ਨਹੀਂ ਜਾਂਦਾ।
तेरी किरपा तो बिना तेरे गुण नहीं गाए जाते, तेरा नाम नहीं जपिया जाता। से तुद नो गावही, पातशाह फरमाउंदे ने, जो तुद भावन रते तेरी भगत रसाले। जो भाउंदे ने वो कौन ने? तेरे साथ रते हुए जो भगत समूह प्रेम दा घर ने। कोर के ते गावन सो मैं चित ना आवन, नानक क्या विचारे। पातशाह फरमाउंदे ने, जो पूर्व कहे तिन्हां ते बिना होर भी अनंत ही कि मेरे परवरदिगार तेरा जस गाउंदे ने, तेरे गुण गाउंदे ने। सो मेरे को चित्त विच सिमरन नहीं आउंदे कि किन्ने क गाउंदे ने, अणगिणत ही गाउंदे ने। मैं कहां तक विचार करा, तिन गावनहारां दी गिणती सिमरन विच नहीं आउंदी। अणगिणत ही प्रभु दा जस भाई गाउंदे ने। सोई सोई सदा सच साहिब, साचा साची नाई। सोई सदा सच्चा साहिब भूत काल विच सच सी। सोई सच्चा साहिब वडियाई वाला अब वर्तमान विच भी सच, अगे भी सच होवेगा। है पी होसी जाए ना जासी, रचना जिन रचाई। सोई सच भविष्यत काल विच होवेगा, वो सदा है सदीवी है मेरा वाहिगुरू। रचना चली जावेगी, जिसने रचाई है वो ना जावेगा। ये रचना बनाई सो ना जन्मया है, ना नास होवेगा। क्योंकि मेरा वाहिगुरू जन्म ना मरण विच है। वो अपने आप ते आप है, वो तरलुकी दा मालक सिरजनहार दतार है मेरा प्रभु। सिद्ध कहन लगे सच्चे पातशाह जी, वो रचना अपने शुद्ध स्वरूप ते कीती है और किसी रीत ते कीती है, दसना करो कृपा करो। वो जो रचना है उस परमात्मा ने अपने शुद्ध स्वरूप ते कीती है जा और किसी रीति नाल कीती। जदों ये बचन कीते फिर पातशाह गुरु नानक देव महाराज जी ने पावन बचन कहे, रंगी रंगी भांति कर कर जिन सी माया जिन उबाई। गुरु नानक देव महाराज जी कहन लगे, सिद्धो सवेत पीतादक रंगा रंगा दी अनेक तरह की व्यक्तियां दे भेदां वाली जिनसां जिनसां की भाव मनुख देवता सुर पशु पंछी आदि भेदां वाली रच रच के दिखाई उस दाते प्रभु चोजी प्रीतम ने। भिन्न भिन्न रचिया है संसार, सबना विच अंतर ते फर्क रख दिता। सबना विच अंतर है, पत्ते पत्ते दे विच अंतर है। वैसे दाते ने रचना घाड़त घड़ी है, माया द्वारा जिसने उत्पन्न की ये जगत की रचना, ये शरीर से माया सबल ने की है। पातशाह फरमाउंदे ने, रंगी रंगी भांति कर कर जिन सी माया जिन उपाय। कर कर वेखा कीता अपना जिव तिस दी वडियाई। जैसे तिस अकाल पुरख की वडियाई इच्छा है मेरे वाहिगुरू दी। सो अपने कीते हुए जगत नूं कर करके देखदा तकदा बड़ा प्रसन्न हुंदा है चोजी प्रीतम। क्योंकि साजिया उसने आप है पे देख भी रहा, सब कुछ जानदा है। ओह वेखै ओ ना नदर ना आवे, बहुता एहो वडा जो तिस भावै सोई करसी। हुक्म न करना जाई
ਜੋ ਕੁਝ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਸੋਈ ਕੰਮ ਕਰਦਾ। ਸੋਈ ਹੋਵੇ ਜੇ ਕਰਤੇ ਭਾਵੈ ਸਤ ਸੰਗੀ ਜਨੋ, ਹੋਣਾ ਉਹੀ ਜੋ ਮੇਰੇ ਵਾਹਿਗੁਰੂ ਕਰਤਾ ਪੁਰਖ ਨੂੰ ਭਾਉਂਦਾ ਹੈ। ਅੱਗੇ ਨੂੰ ਉਹੀ ਕਰੇਗਾ ਜੋ ਉਸ ਨੂੰ ਭਾਵੇਗਾ, ਕਿਉਂਕਿ ਕਰਨ ਖਾਰ ਮੇਰਾ ਵਾਹਿਗੁਰੂ ਹੈ। ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਕੀ ਕੋਇ। ਨਾਮ ਤਿਸ ਬਲਿਹਾਰਣ ਹੈ, ਜਲ ਥਲ ਮਹੀਅਲ ਸੋਏ। ਤਿਸ ਉੱਪਰ ਕਿਸੀ ਤੋਂ ਹੁਕਮ ਨਹੀਂ ਕਰਿਆ ਜਾਂਦਾ। ਉਸ ਦਾਤੇ ਤੇ ਕੌਣ ਹੁਕਮ ਕਰੇਗਾ ਜੋ ਆਪ ਜਗਤ ਦਾ ਸਿਰਜਣਹਾਰ ਹੈ। ਕਿ ਇਹ ਕੰਮ ਐਸੇ ਕਿਉਂ ਕੀਤਾ, ਐਸੇ ਕਿਉਂ ਨਾ ਕੀਤਾ, ਕੋਈ ਹੁਕਮ ਨਹੀਂ ਕਰ ਸਕਦਾ। ਪਾਤਸ਼ਾਹ ਫਰਮਾਉਂਦੇ ਨੇ ਜੋ ਤਿਸ ਭਾਵੈ ਸੋਈ ਕਰਸੀ। ਹੁਕਮ ਨਾ ਕਰਨਾ ਜਾਈ, ਉਸ ਦਾਤੇ ਤੇ ਹੁਕਮ ਨਹੀਂ ਕੀਤਾ ਜਾਂਦਾ। ਵੱਡਾ ਮਾਲਕ ਉਹਦੀ ਰਜ਼ਾ ਵਿੱਚ ਰਹਿਣਾ, ਭਾਣੀ ਨਹੀਂ ਮੰਨਣਾ। ਕਿਉਂਕਿ ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਕੀ ਕੋਇ। ਨਾਨਕ ਤਿਸ ਬਲਿਹਾਰਣ ਹੈ, ਜਲ ਥਲ ਮਹੀਅਲ ਸੋਏ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਪਾਤਸ਼ਾਹ ਫਰਮਾਉਂਦੇ ਨੇ, ਹੇ ਭਾਈ, ਸੋ ਪਰਮੇਸ਼ਰ ਸ਼ਾਹਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਮੇਰਾ ਵਾਹਿਗੁਰੂ। ਜਿਸ ਦੀ ਆਗਿਆ ਵਿੱਚ ਰਹਿਣਾ ਉਚਿਤ ਹੈ, ਉਹੀ ਭਲਾ ਹੈ, ਉੱਤਮ ਹੈ ਆਗਿਆ ਵਿੱਚ। ਸਿੱਧ ਕਹਿਣ ਲੱਗੇ, ਕਿਉਂਕਿ ਵਡੇਰੀਆਂ ਉਮਰਾਂ ਦੇ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਨਾਨਕ ਵਾਲੇ, ਜੋਗ ਦਾ ਭੇਖ ਧਾਰ, ਮੁੰਦਰਾ ਝੋਲੀ ਵਿਭੂਤ ਖਿੰਤਾ, ਡੰਡਾ ਆਦਿਕ ਧਾਰ ਕੇ ਗੋਰਖ ਨੂੰ ਆਦੇਸ਼ ਕਰ, ਭਾਵ ਨਮਸਕਾਰ ਕਰ। ਉੱਤਮ ਆਈ ਪੰਥ ਲੈ, ਆਈ ਪੰਥ ਉੱਤਮ ਬਣਿਆ। ਇਹ ਬਚਨ ਕੀਤੇ ਸਿੱਧਾਂ ਨੇ ਕਿ ਉੱਤਮ ਆਈ ਪੰਥ ਲੈ, ਚੇਲੇ ਸੰਗ ਰਹਿਣਗੇ ਤੇਰੇ। ਜਗਤ ਨੂੰ ਜਿੱਤੋਗੇ, ਨਾਦ ਪਕੜੋ, ਰਿੱਧੀਆਂ ਸਿੱਧੀਆਂ ਤੁਹਾਡੇ ਹਾਜ਼ਰ ਰਹਿਣਗੀਆਂ। ਜਦੋਂ ਪਾਤਸ਼ਾਹ ਨੂੰ ਇਹ ਬਚਨ ਕੀਤੇ ਸਿੱਧਾਂ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕੀਤੇ, ਫਿਰ ਪਾਤਸ਼ਾਹ ਕਹਿਣ ਲੱਗੇ, ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਪਾਤਸ਼ਾਹ ਕਹਿਣ ਲੱਗੇ, ਸਿੱਧੋ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਜਥਾ ਲਾਭ ਵਿੱਚ ਪ੍ਰਸੰਨ ਰਹਿਣਾ ਇਹ ਸੰਤੋਖ, ਔਰ ਖੋਟੇ ਕਰਮਾਂ ਤੋਂ ਲੱਜਾ ਕਰਨੀ ਕਿ ਖੋਟੇ ਕਰਮ ਨਹੀਂ ਕਰਨੇ, ਉਹਨਾਂ ਦਾ ਤਿਆਗ ਕਰਨਾ। ਇਹ ਦੋ ਮੁੰਦਰਾ ਧਾਰਨ ਕਰਨੀਆਂ ਨੇ ਕਰਨਾ ਜੋ ਜੋਗੀ ਪਾਉਂਦੇ ਨੇ। ਰਾਮਕਲੀ ਵਿੱਚ ਸਤਿਗੁਰਾਂ ਨੇ ਬਚਨ ਕਹੇ ਨੇ, ਸੁਰਮੇ ਕੀਆਂ ਮੁੰਦਰਾ ਪਾਓ ਤੂੰ ਜੋਗੀ। ਔਰ ਜੋਗੀ ਝੋਲੀ ਰੱਖਦੇ ਨੇ, ਸੋ ਪਾਪਾਂ ਸੇ ਰਹਿਤ ਹੋ ਕੇ ਲੋਕ ਪਰਲੋਕ ਵਿੱਚ ਹੀ ਆਪਣੀ ਪ੍ਰਤਿਸ਼ਠਾ ਬਣਾਈ ਰੱਖੇ। ਇਹ ਝੋਲੀ ਧਾਰਨ ਕਰਨਾ, ਸਦਾ ਅਕਾਲ ਮੂਰਤ ਦੇ ਧਿਆਨ ਵਿੱਚ ਸਥਿਤ ਰਹਿਣਾ, ਇਹੀ ਬੇਭੂਤ ਲਾਵਣੀ ਕਰਦੇ। ਫਿਰ ਪਾਤਸ਼ਾਹ ਕਹਿਣ ਲੱਗੇ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇਹੋ ਕਾਲ ਕੀ ਗ੍ਰਾਸ ਰੂਪ ਜੋ ਅਨਿਤ ਦੇਹ ਹੈ ਆਪਣੀ ਕਾਇਆ, ਇਹ ਸਰੀਰ ਜੋ ਐਸੀ ਸਮਝ ਸੋ ਖਿੰਥਾ ਕੀਤੀ। ਵਾਰੀ ਦੇਹ ਹੈ, ਅਨਿਤ ਹੈ, ਨਿਤ ਨਹੀਂ। ਜੈਸੇ ਖਿੰਥਾ ਦੇ ਉਤਾਰ ਨੇ, ਉਹ ਦੂਸਰੀ ਧਾਰਨ ਵਿੱਚ ਨਾ ਕੁਝ ਪਰਿਸ਼ਰਮ ਨਾ ਚਿੰਤਾ ਹੁੰਦੀ ਸੀ, ਭਾਂਤੇ ਦੇਹ ਨੂੰ ਅਨਿਤ ਸਮਝਿਆ ਹੈ, ਨਿਤ ਨਹੀਂ ਸਮਝਿਆ। ਖਿੰਥਾ ਅਨੇਕ ਰੰਗ ਦੇ ਟੁਕੜਿਆਂ ਨਾਲ ਬਣੀ ਹੁੰਦੀ ਹੈ ਜੋ ਝੋਲੀ ਹੁੰਦੀ ਹੈ। ਸੋ ਇਸ ਵਿੱਚ ਵੀ ਗੌ ਸਿਆਮ ਆਦਿਕ ਰੰਗ, ਰਕਤ ਅਸਤ ਚਰਨ ਮਲ ਮੇਦ ਮੱਝਾ ਆਦਿਕ ਅਨੰਤ ਪ੍ਰਕਾਰ ਨੇ ਇਸ ਤਨ ਵਿੱਚ ਆਪਣੇ।
ਸੇ ਸਮਝਿਆ ਭਾਵ ਕਿ ਸਰੀਰ ਤੇ ਆਪਣੇ ਨੂੰ ਭਿੰਨ ਦੇਖਿਆ ਹੈ। ਪਾਤਸ਼ਾਹ ਕਹਿਣ ਲੱਗੇ ਸਿੱਧਾ ਜਬ ਤੱਕ ਕਾਲ ਤੇ ਵਾਰੀ ਹੈ ਕਾਲ ਤੋਂ, ਜਬ ਤੱਕ ਕਾਲ ਨੇ ਕਾਇਆ ਨਹੀਂ ਗ੍ਰਸੀ, ਭਾਵ ਵਿਆਹ ਨਹੀਂ ਹੋਇਆ ਮੌਤ ਨਾਲ, ਉਸਦੇ ਪ੍ਰਥਮ ਹੀ ਭਜਨ ਵਿੱਚ ਜੁੜਨਾ ਇਹੀ ਖਿੰਥਾ ਕੀਤੀ। ਅਕਾਲ ਮੂਰਤ ਦੇ ਵਿੱਚ ਨੇਚਾ ਕਰਕੇ ਬਿਰਤੀ ਦਾ ਜੋੜਨਾ ਇਹੀ ਡੰਡਾ ਧਾਰਨ ਕੀਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਧਾਂ ਨੇ ਬਚਨ ਕਹੇ ਸੀ ਆਈ ਪੰਥ ਉੱਤਮ ਲੈ ਲਓ, ਜੋਗੀ ਨਾਲ ਰਹਿਣਗੇ ਚੇਲੇ ਆਦਿਕ ਵੱਡਾ ਜਸ ਹੋ। ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧੋ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥ ਇੱਕ ਜੋਗੀਆਂ ਦੇ ਪੰਥ ਦਾ ਭੇਦ ਹੈ, ਜਿਨ੍ਹਾਂ ਦੇ ਨਾਮ ਕਿ ਅੰਤ ਵਿੱਚ ਇਹ ਹੋਵੇ ਜੈਸੇ ਬਾਲ ਗੁੰਧਾਈ ਸੋ ਆਈ ਪੰਥ ਜਾਣੀ। ਇਹ ਪੰਥ ਜੋਗੀਆਂ ਵਿੱਚ ਉੱਤਮ ਪੰਥ ਮੰਨਿਆ ਗਿਆ। ਸਗਲ ਜਮਾਤੀ, ਸਭ ਜਮਾਤਾਂ ਸੇ ਸਾਡਾ ਪ੍ਰੇਮ ਹੈ। ਪਾਤਸ਼ਾਹ ਕਹਿਣ ਲੱਗੇ ਜਿਸ ਦੀ ਸਰਬ ਵਿੱਚ ਸਤਾ ਹੈ, ਜਿਸ ਪਰਮਾਤਮਾ ਦੇ ਪੰਥੀ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਜਿਸ ਦੇ ਰਸਤੇ ਚੱਲਦੇ ਹਾਂ ਉਸਦੇ ਮਾਰਗ ਤੇ ਚੱਲਦੇ ਸਭ ਦੇਵੀ ਗੁਣ ਜਮਾਤ ਹੈ। ਇਹ ਬਚਨ ਕੀਤੇ ਸਤਿਗੁਰਾਂ ਨੇ ਸਿੱਧਾਂ ਨਾਲ, ਇਹੀ ਸਾਡਾ ਆਈ ਪੰਥ ਹੈ। ਮਨ ਨੂੰ ਜਿੱਤ ਕੇ ਜਗਤ ਦੇ ਜਿੱਤਣੇ ਹਾਰੇ ਹੋਏ, ਕਿਉਂਕਿ ਮਨ ਦੇ ਸੰਕਲਪ ਦੇ ਅੰਦਰ ਜਗਤ ਹੈ। ਸੰਕਲਪ ਦੇ ਅਭਾਵ ਹੋਣ ਤੇ ਜਗਤ ਕहीं ਢੂੰਡਿਆ ਵੀ ਨਹੀਂ ਮਿਲਦਾ। ਸਮਾਨ ਸੇ ਤੋਂ ਸਭ ਆਪਣੇ ਕੋ ਮਨ ਜਿੱਤ ਕਹਿੰਦੇ ਨੇ, ਪਰੰਤੂ ਜਬ ਤੱਕ ਧਰਮੀ ਦਾ ਅਭਾਵ ਨਹੀਂ ਹੁੰਦਾ ਤਬ ਤੱਕ ਧਰਮ ਦਾ ਵੀ ਅਭਾਵ ਨਹੀਂ ਹੁੰਦਾ। ਸੋ ਮਨ ਧਰਮੀ ਹੈ, ਸੰਕਲਪ ਵਿਕਲਪ ਧਰਮ ਹੈ। ਜਬ ਸੁਖੋਪਤੀ ਮੂਰਛਾ ਸਮਾਦ ਚਿੱਤ ਵਿੱਚ ਮਨ ਦਾ ਭਾਵ ਹੁੰਦਾ ਤਬ ਸੰਕਲਪਾਂ ਦਾ ਵੀ ਅਭਾਵ ਹੋ ਜਾਂਦਾ ਹੈ, ਫਿਰ ਫੁਰਨੇ ਨਹੀਂ ਫੁਰਦੇ। ਪਾਤਸ਼ਾਹ ਕਹਿਣ ਲੱਗੇ ਇਹ ਜਬ ਤਤਵ ਗਿਆਨ ਮਨੋ ਨਾਸ ਵਾਸਨਾ ਕਹਿ ਹੁੰਦੀ ਹੈ, ਤਬ ਜਨ ਮਨ ਰੂਪ ਸੰਸਾਰ ਦਾ ਅਭਾਵ ਹੋ ਜਾਂਦਾ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਬਚਨ ਕਹਿਣ ਲੱਗੇ ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸੋ। ਜੋਗੀ ਆਦੇਸ਼ ਆਦੇਸ਼ ਬੋਲੀ ਬੋਲਦੇ ਨੇ। ਆਦੇਸ਼ ਨਾਮ ਨਮਸਕਾਰ ਦਾ ਹੈ। ਸੋ ਜੋ ਸਰਬ ਦੀ ਯਾਦ ਹੈ, ਨੀਲਾਦ ਰੰਗਾਂ ਸੇ ਰਹਿਤ, ਕਲੰਕ ਸੇ ਰਹਿਤ, ਸੰਖਿਆ ਤੇ ਰਹਿਤ, ਭਾਵ ਜੋ ਪਾਤਸ਼ਾਹ ਫਰਮਾਉਂਦੇ ਨੇ ਅਨਾਦ ਆਦ ਸੇ ਰਹਿਤ, ਦੂਸਰੇ ਕਰਕੇ ਮਾਰਿਆ ਨਹੀਂ ਜਾਂਦਾ। ਇੱਕ ਰਸ ਹੈ ਚਾਰੇ ਜੁਗਾਂ ਵਿੱਚ, ਇੱਕ ਰੂਪ ਹੈ ਮੇਰਾ ਵਾਹਿਗੁਰੂ, ਜਿਸ ਕਾਲ ਵਸਤੂ ਕੇ ਪ੍ਰਸ਼ੇ ਤੇ ਜੋ ਰਹਿਤ ਹੈ, ਤੇ ਇਸ ਨੂੰ ਸਾਡੀ ਨਮਸਕਾਰ ਹੈ, ਆਦੇਸ਼ ਹੈ। ਭੋਗਤ ਗਿਆਨ ਦਇਆ ਭੰਡਾਰ, ਘਟ ਘਟ ਵਾਜੇ ਨਾਦ। ਭੋਜਨ ਬਣੇ ਹੋਏ ਨੂੰ ਜੋਗੀ ਲੋਕ ਭੁਗਤ ਕਹਿੰਦੇ ਨੇ, ਜਦੋਂ ਭੋਜਨ ਤਿਆਰ ਹੋ ਜਾਂਦਾ। ਪਾਤਸ਼ਾਹ ਕਹਿਣ ਲੱਗੇ ਸੋ ਅੰਤਿਸ਼ ਕਰਨ ਦੀ ਬਿਰਤੀ ਬ੍ਰਹਮਾਕਾਰ ਹੋਣੀ, ਸਰਬੱਤਰ ਵਿੱਚ ਪੂਰਨ ਦੇਖਣਾ, ਇਹੀ ਗਿਆਨ ਨੂੰ ਭੁਗਤ ਕੀਤੀ ਹੈ ਅਸੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਆਤਮ ਸੁਖ ਕਰਕੇ ਤ੍ਰਿਪਤ ਹੋਏ, ਪ੍ਰਭੂ ਦਾ ਸਰੂਪ ਸਭਨਾਂ ਨੂੰ ਜਾਣ ਕੇ ਸਰਭੂਤਾਂ ਪਰ ਦਇਆ ਕਰ। ਇਹ ਭੰਡਾਰਨ ਕੀਤੀ ਬਣਾਈ ਹੈ, ਇਹੀ ਭੰਡਾਰਨ ਬਣਾਈ। ਦਇਆ ਕੀ ਗਿਆਨ ਆਦਿਕ ਗੁਣਾ ਦੇ ਦੇਣ ਵਾਲੀ ਹੈ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਧੇ ਨਾਦ। क्योंकि दया धर्म का मूल है, पाप मूल अभिमान। जो दयावान नहीं वो धर्म ही नहीं होता। ऐसे एक राजा सी, तो राजे दा ऐलका ते हिरनी दे बच्चे नूं पकड़ लिया। वो मिरगनी पिछे जा रही है, खलो गया, वो भी खलो जा रही, पर जल वग रहा सी नेत्रां विचों मिरगनी ते मन विच आया, उसनूं छड्ड दिता। दया आई
और मिरगणी ने अपने बच्चे नूं बड़ा प्यार किया। फिर खुदा अगे अरदास बेनती की कि इसने दया की है मेरे बच्चे ते, इसनूं दात दी अपने घरों। ते रात नूं सुपना आया, महात्मा फिर राज भाग बख्शिया कि तू दया की है। उत्थों दा राजा मृत्यु होया, उसनूं राजा बनाया गया। वो राजा जो दया धर्म का मूल है, पाप मूल अभिमान। जो पापी अभिमानी ते हंकारी होवेगा। पातशाह फरमाउंदे ने हंडारण की है दया, भुगत ज्ञान दया भंडारण घट घट वाजे। भंडारण बनाई दया कर। दया की ज्ञान आदि गुणा दे देने वाली है। घटा घटा में जो शब्द बज रहा उचारण होंदा सोई साडा नाद है। पातशाह कहते घट घट में चेतन सता प्रगट हो रही, जानी यही साडा नाद है। आप नाथ नाथी सब जाकी, रिद सिद्ध अवरासाद। जो जोगियां विच महंत हुंदा है, जिसनूं मुख मन्निया जाता है, ते इसनूं नाथ कहंदे ने। सो जिसदी सारी सेठी आग्या रूप सूत्र विच नथी हुई है, नक नथ खासम खत किरत धक्के दे, जहां दाने ताहां खाने नानका सच। क्योंकि वह मालक ने सबना दे नथ पाई है हुक्म रूपी। जिथे अंजल दाणी उत्थे मनुख सुती पहुंच जाता है। दे हुक्म दे विच ही आपां बंधे होए आ, उसदे सूत्र विच बंधे होए। जो पातशाह फरमाउंदे ने आप नाथ नाथी सब जाकी, रिद सिद्ध अवरास। जो जोगियां विच महंत इसनूं नाथ कहंदे ने, मुख महंत। पातशाह फरमाउंदे ने सो जिस दी सारी सृष्टि आग्या रूप सूत्र विच नथी होई, हुक्म विच नथी होई। क्या अधीन कीती है परमेश्वर ने सारी सृष्टि, सोई आप साडा नाथ है। जोगियां दे पास रिद सिद्ध हुंदी है। सो रिद अन आदकां दे वरतावणे लगिया टोट ना आउणी, इसनूं रिद कहंदे ने। अनमादिक 8 सिद्धियां मुख ने, 18 और 23 तिन्हां दा श्रेष्ठ स्वाद है। क्योंकि यह अकाल मूर्त सचखंड वासी दी प्राप्ति विच बाधक ने, बड़े बाधक ने। ताते इन्हां दा त्यागी ही श्रेष्ठ मन्निया है। त्याग ही रिधियां सिद्धियां, क्योंकि बाधक पै जांदियां ने रिधियां सिद्धियां, सचखंड विच पहुंचण नहीं दिंदियां। पातशाह फरमाउंदे ने रिद सिद्ध अवरासा। रिद सिद्ध दा स्वाद जीवां नूं अवर्ण कर दिंदा कि आ ढक लैंदा है। इन रिद सिद्धां दा स्वाद औरां नूं खैर सानू नहीं। पातशाह कहन लगे क्योंकि सिद्धा ने कहा सिद्धियां सिद्धियां तुहाडे हाजर रहन। ये बचन कीते सी सिद्धा ने, गुरु नानक देव महाराज जी ने बचन कही। पातशाह कहन लगे रिद्धियां सिद्धियां दा स्वाद औरां नूं है, सानू नहीं। संजोग विजोग दोए कार चलावे, लेखे आवे भागो। संयोग ते वियोग, संयोग वियोग धुरों ही हुआ। ये धुरों होया संयोग, अपना जन्म हो गया, वियोग मृत्यु हो गए। जोगियां दे साथ चेले होते हैं। जो वस्तु आवन वाली होंदी सो संयोग करने वाला कर्म रूप चेला लै आउंदा। जो वस्तु जान वाली तो वियोग करने वाला कर्म रूप चेला लै जाता। परारवत के अनुसार सुख ते दुख आउंदा ते जांदा ही रहिंदा। एक कर्मां दी खेल। सुख दुख दोए दर कपड़े पहरे जाए मनुख। ये मनुख ते बने ने दुख अथवा सुख, सुख अथवा दुख।
ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ। ਦੁੱਖ ਹੈ ਤਾਂ ਸੁੱਖ ਦੀ ਕਦਰ ਹੈ, ਜੇ ਸੁੱਖ ਹੈ ਤਾਂ ਦੁੱਖ ਦੀ ਕਦਰ ਹੈ। ਇਹ ਮਨੁੱਖ ਤੇ ਬਣੇ ਨੇ। दिन है फिर रात भी है, रात है फिर दिन है। खुशी है गमी है, गमी है खुशी है। पुण्य है पाप है, पाप है पुण्य है। उस दाते ने ये बख्शिशां कीतियां ने, सुंदर जगत की रचना की है। जो पातशाह फरमाउंदे ने, संयोग वियोग दोए कार छलाव है, लेखे आव है भाव। जगत विच काल चलती है, विस्तार हुंदा संयोग। ये विआह हो गया, पुत्र याद, फिर विहार धंधे चलते नहीं। वियोग मृत्यु हो गए, विछोड़ा हो जाता। पातशाह के पावन बचन भी ने, मात पिता बनता सुत बंधप इष्ट मीत अर भाई। पूर्व जन्म के मिले संयोगी संयोग, अंते को ना सहाई। संयोग होया पूर्व जन्मां दे नाल माता पिता इष्ट गुरु आ गए, पर अंत वेले किसी ने सहाई नहीं होना। एक काल चलती है, प्रारब्ध के अनुसार सुख ते दुख आउंदा ते जांदा रहिंदा। ऐसे संयोग वियोग दोनों चेले काल लामदे ने। सो साडे लेख विच लिखिया है, पातशाह फरमाउण लगे, सिद्धां नूं कहण लगे, सिद्धो सो सानू कोई शांदा आ जांदा है, मिल जांदा। जो लेख विच लिखिया है भागां विच है, प्रारब्ध के अनुसार मिल जाना है, प्राप्त हो जाना। आदेश तिसै आदेश, आद अनील अनाद अनाहत। जुग जुग एको वेश। पातशाह कहन लगे, जोगी आदेश आदेश बोली बोलदे, आदेश नाम नमस्कार। सो जो सर्व दी याद मेरा वाहिगुरु। नीलाद रंगा ते रहत, अनाद आद तो रहत। से करके मारिया नहीं जाता। अविनाशी एक रस प्रभु, चारे जुगा में एक रूप मेरा वाहे गुरु। देश काल वस्तु के प्रशेद ते जो रहत, नु साडी नमस्कार डंडाओत है। पातशाह अगे बेनती की, सिद्ध कहन लगे, सच्चे पातशाह जी आप कुछ विस्तार से उत्पत्ति का प्रकार वर्णन करो कि जगत की रचना किवें हुई है, इस सुंदर जगत की रचना किवें हुई। पातशाह फरमाउंदे ने, जगत गुरु गुरु नानक देव महाराज जी। एका माई जुगत व्याई, तिन चेले परवान। ये सिद्धो एक जो अकाल मूरत परमात्मा मेरा वाहिगुरु है, वो जब माया साथ मिलदा पाया, तब माया प्रसूत हुई। भाई ब्रह्मा विष्णु महेश प्रथम तीन चेले रमाणीक कीते। एक जो माया वाला ईश्वर ते साथ माया जुड़ के प्रसूत हुई। माया से उत्पन्न होने करके पुत्र कहे ने तीन ने। परमात्मा ने उपदेश किया इस वास्ते चेले आखिया सेवक आखिया, क्योंकि उपदेश सुवाहि गुरु ने किया परमात्मा ने। एका माई जुगत व्याई, तीन चेले परवान। एक संसारी एक भंडारी, एक लाए दीवान। पातशाह फरमाउंदे ने, एक ब्रह्मा जी संसार की उत्पत्ति करन लगे। संसार की रचना करने में ला दिता प्रभु ने ब्रह्मा जी। संसारी कहे गए। एक विष्णु भगवान जी सबना नूं भोजन साधन दे के प्रतिपालना करन लगे। भंडारी आखिया गया विष्णु भगवान जी। एक रुद्र जो शिव जी महाराज दीवान इस संसार नूं लै नाश करन लगे। एक रुद्र दी लै नाश करने दी बाण हुंदी पई। एक संसारी एक भंडारी एक लाए दीवान। फिर पातशाह फरमाउंदे ने, ये तीन देवता ने ब्रह्मा विष्णु महेश। जैवत स्वभाव तिवै चलावै, जेव होवै पुरमाण। गुरु नानक देव महाराज जी कहन लगे, सिद्धो
ਇਹ ਤਿੰਨ ਦੇਵਤੇ ਨੇ। ਸ੍ਰਿਸ਼ਟੀ ਨੂੰ ਰਚਦਾ ਹੈ, ਇੱਕ ਪਾਲਣਾ, ਇੱਕ ਲੈਅ ਕਰਦਾ। ਪਰ ਜਿਸ ਜਿਸ ਪ੍ਰਕਾਰ ਤਿਸ ਅਕਾਲ ਪੁਰਖ ਨੂੰ ਭਾਉਂਦਾ ਮੇਰੇ ਵਾਹਿਗੁਰੂ, ਤਿਸ ਤਿਸ ਪ੍ਰਕਾਰ ਤਿੰਨੇ ਹੀ ਦੇਵਤੇ ਚੱਲਦੇ ਨੇ। ਇਹ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਬੰਦੇ ਹੋਏ ਕਾਰ ਕਰਦੇ ਨੇ, ਉਸਦੇ ਭੈ ਵਿੱਚ ਰਹਿੰਦੇ ਨੇ ਤਿੰਨੇ ਦੇਵਤੇ। ਜਿਸ ਜਿਸ ਪ੍ਰਕਾਰ ਹੁਕਮ ਹੁੰਦਾ ਤਿਸ ਪ੍ਰਕਾਰ ਤਿੰਨੇ ਚੱਲਦੇ ਨੇ। ਜਾਂ ਤਿਸ ਪਰਮੇਸ਼ਰ ਨੂੰ ਭਾਉਂਦਾ ਤਿਸੀ ਪ੍ਰਕਾਰ ਤਿੰਨਾਂ ਨੂੰ ਜਗਤ ਵਿੱਚ ਲਾਮਦੇ ਨੇ। ਜਿਸ ਪ੍ਰਕਾਰ ਪਰਮੇਸ਼ਰ ਦਾ ਹੁਕਮ ਹੁੰਦਾ ਤਿਸੀ ਪ੍ਰਕਾਰ ਆਪ ਜਗਤ ਵਿੱਚ ਵਿਚਰਦੇ ਨੇ। ਉਹ ਵੇਖੈ ਉਹ ਨਾ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਪਾਤਸ਼ਾਹ ਫਰਮਾਉਂਦੇ ਨੇ, ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਪੌਰ ਬ੍ਰਹਮ ਅਬਨਾਸੀ